ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੈ ਹਿਰਦੈ ਵਸਿਆ ਤੂੰ ਕਰਤੇ, ਤਾਕੀ ਤੈਂ ਆਸ ਪੁਜਾਈ। ਦਾਸ ਆਪਣੇ ਕੋ ਤੂੰ ਵਿਸਰੈ ਨਾਹੀਂ, ਚਰਨ ਧੂੜ ਮਨ ਭਾਈ। ਤੇਰੀ ਅਕਤ ਕਥਾ ਕਥਨ ਨ ਜਾਈ। ਦੁਖ ਭੰਜਨ ਸੁਖ ਦਾਤੇ ਸੁਆਮੀ, ਸਭ ਤੇ ਊਚ ਵਡਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਹਜੇ ਸੁਖ ਸੁੱਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗਲ ਲਾਏ। ਦੁਬਦਾ ਚੁੱਕੀ ਸਹਿਜ ਸੁਭਾਏ, ਅੰਤਰ ਨਾਮ ਵਸਿਆ ਮਨ ਆਏ। ਸੇ ਕੰਠ ਲਾਏ ਜੇ ਭੰਨ ਕਢਾਏ, ਨਾਨਕ ਜੋ ਧੁਰ ਮਿਲੇ ਸੇ ਹੁਣ ਆਨ ਮਿਲਾਏ। ਸਹਜੇ ਸੁਖ ਸੁੱਤੀ ਸ਼ਬਦ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਤਿਤ ਪਾਵਨ, ਕਰਨਾ ਨਿਧਾਨ ਅੰਤਰਜਾਮੀ। ਭਗਤ ਵਛਲ ਦੀਨਾ ਬੰਧੂ, ਲੋਕ ਪਰਲੋਕ ਦੇ ਰੱਖਿਅਕ, ਕਿਰਪਾ ਦੇ ਖਜ਼ਾਨੇ। ਗੁਰਤਾ ਗੱਦੀ ਤੇ ਸੁਭਾਏ ਮਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਜੋ ਜੋ ਗੁਰਮੁਖ ਪਿਆਰੇ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਕਰਕੇ, ਜਿੱਥੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਉੱਥੇ ਸਤਿਗੁਰਾਂ ਦੀ ਰੱਬੀ ਬਾਣੀ ਦਾ ਨਿਰੋਲ ਕੀਰਤਨ ਦਾ ਆਪ ਸੰਗਤਾਂ ਆਨੰਦ ਮਾਣ ਰਹੀਆਂ ਸੀ। ਕਿਉਂਕਿ ਸਤਿਗੁਰਾਂ ਦਾ ਪਾਵਨ ਪਵਿੱਤਰ ਬਚਨ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਨਾਲ ਹੀ ਪ੍ਰਭ ਕੀ ਅਕਤ ਕਹਾਣੀ, ਜਨ ਬੋਲ ਹੈ ਅੰਮ੍ਰਿਤ ਬਾਣੀ। ਗੁਰ ਪੂਰੇ ਤੇ ਜਾਣੀ, ਨਾਨਕ ਦਾਸ ਵਖਾਣੀ। ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਿਆਲ ਹੋਵੇ ਭਗਵਾਨੈ। ਸਭ ਸੈ ਉਪਰ ਗੁਰ ਸ਼ਬਦਿ ਵਿਚਾਰ। ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰੂਪ 'ਚ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਮਹਿਮਾ, ਸਿਵਤ ਸਲਾਹ ਵਡਿਆਈਆਂ ਲਿਖੀਆਂ,
ਉਥੇ ਪ੍ਰੇਮੀ ਗੁਰਸਿੱਖ ਗੁਰਮੁਖ ਸਾਧਕ ਅਭਿਆਸੀ ਨਾਮ ਸਿਮਰਨ ਕਰਨ ਵਾਲੀਆਂ ਜੋ ਰੂਹਾਂ ਨਾਮ ਸਿਮਰਨ ਤੋਂ ਪਹਿਲੀ ਜਿਹੜੀ ਜ਼ਿੰਦਗੀ ਹੈ, ਪਹਿਲਾਂ ਜੋ ਅਵਸਥਾ ਹੈ, ਪਹਿਲਾਂ ਜੋ ਸੋਚ ਵਿਚਾਰ ਹੈ, ਉਸ ਦਾ ਵੀ ਜ਼ਿਕਰ ਕੀਤਾ ਗਿਆ। ਜਦੋਂ ਜੀਵ ਪੂਰੇ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਜਾਂਦਾ, ਸ਼ਰਧਾ ਅਤੇ ਭਾਵਨਾ ਪ੍ਰੇਮ ਦੇ ਨਾਲ ਰੱਬੀ ਬਾਣੀ ਨੂੰ ਸਰਵਣ ਕਰਦਾ, ਅਗਰ ਇਹ ਕੋਸ਼ਿਸ਼ ਕਰੇ ਗੁਰਬਾਣੀ ਦੀ ਕੁੰਜੀ ਬਾਣੀ ਦਾ ਜਿਸ ਰਚਨਾ ਨੂੰ ਖਿਤਾਬ ਹਾਸਲ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ, ਜਦੋਂ ਕਿਸੇ ਨੇ ਪੁੱਛਿਆ ਭਾਈ ਸਾਹਿਬ ਦੱਸਣਾ ਕਰੋ, ਬਹੁਤ ਵੱਡੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਜੀਆਂ ਤੋਂ ਲਈ। ਆਪ ਜੀ ਦੇ ਹੱਥੀਂ ਇਹ ਨਾਮ ਬਾਣੀ ਦਾ ਜਹਾਜ਼ ਤਿਆਰ ਹੋਇਆ, ਇੱਕ ਓਅੰਕਾਰ ਤੋਂ ਲੈ ਕਰਕੇ 18, 10, 20 ਤੱਕ। ਗੁਰਸਿੱਖੀ ਦੀ ਜੋ ਸ਼ੁਰੂਆਤ ਹੈ, ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਜੋ ਸਮਝਣਾ ਹੈ, ਜੋ ਸਤਿਗੁਰਾਂ ਦੇ ਬਚਨ ਹਨ, ਸੁਣਿਆ ਮੰਨਿਆ ਮਨ ਕੀਤਾ ਭਾਉ। ਤੇ ਪਹਿਲਾਂ ਜੀਵ ਦੇ ਕੰਨਾਂ ਦੇ ਵਿੱਚ ਪਰਮਾਤਮਾ ਦੇ ਬੋਲ, ਪਰਮਾਤਮਾ ਦੀ ਬਾਣੀ, ਬਾਣੀ ਦਾ ਕੀਰਤਨ, ਵਿਆਖਿਆ, ਵਿਚਾਰ, ਕਥਾ ਜਦੋਂ ਪੈਂਦੀ ਹੈ, ਜਿਹੜਾ ਪੂਰਨ ਇਕਾਗਰਤਾ ਦੇ ਨਾਲ ਰੱਬੀ ਬਾਣੀ ਦਾ ਜਾਪ, ਕੀਰਤਨ ਤੇ ਕਥਾ ਵਿਚਾਰ ਸਰਵਣ ਕਰਦਾ, ਉਸ ਨੂੰ ਗੁਰਮੁਖ ਪਿਆਰਿਓ ਸਹਿਜੇ ਹੀ ਇਸ ਮਾਰਗ ਦਾ ਗਿਆਨ ਹੋ ਜਾਂਦਾ ਕਿ ਇਸ ਮਾਰਗ ਦਾ ਜੋ ਰਸਤਾ ਹੈ, ਇਹ ਜੋ ਸਫ਼ਰ ਹੈ, ਕਿਸ ਤਰ੍ਹਾਂ ਤੈਅ ਹੋਵੇਗਾ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੋਣਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ, ਇਹ ਵਿਦ ਸੁਣ ਕੈ ਜਾਟਰੋ, ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ, ਧੰਨਾ ਬੜ ਭਾਗਾ। ਉਹਨਾਂ ਭਗਤਾਂ ਦੇ, ਬ੍ਰਹਮ ਗਿਆਨੀਆਂ ਦੇ ਨਾਮ ਲਏ ਇਸ ਸ਼ਬਦ ਦੇ ਵਿੱਚ ਵੀ ਕਿਸ ਤਰ੍ਹਾਂ ਉਹਨਾਂ ਦੀ ਇਕਾਗਰਤਾ ਬਣੀ, ਕਿਸ ਤਰ੍ਹਾਂ ਪਰਮਾਤਮਾ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਹੋਏ, ਮਿਲਿਆ ਹੋਇਆਂ ਦੇ ਜੀਵਨ ਪੜ੍ਹ ਕੇ ਸੁਣ ਕੇ ਫਿਰ ਸਾਧਕ ਕਿਵੇਂ ਤਿਆਰ ਹੋਇਆ, ਇਸ ਮਾਰਗ ਦਾ ਪਾਂਧੀ ਬਣਿਆ ਭਗਤ ਧੰਨਾ ਜੀ ਵਰਗੇ, ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਜਿਨ੍ਹਾਂ ਦੀ ਲਿਵ ਬਿਰਤੀ ਜੁੜ ਗਈ, ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋ ਗਏ, ਜੀਵਨ ਹੀ ਸਫਲ ਕੀ ਕਿ ਪੂਰੀ ਕਾਇਨਾਤ ਦੇ ਅੰਦਰ ਜੋ ਜੋ ਮਨ ਚਿੱਤ ਕਰਕੇ ਐਸੇ ਭਗਤਾਂ ਦੀ ਬਾਣੀ ਦੇ ਮੁਤਾਬਕ ਆਪਣਾ ਜੀਵਨ ਢਾਲੇਗਾ, ਉਹ ਵੀ ਉਸ ਅਵਸਥਾ ਨੂੰ ਪ੍ਰਾਪਤ ਹੋ ਸਕਦੇ ਹਨ। ਭਾਈ ਗੁਰਦਾਸ ਜੀ ਨੇ ਸ਼ੁਰੂਆਤ ਦੱਸੀ, ਕਹਿੰਦੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਜੋ ਆਰੰਭਤਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ 'ਚ ਆਪਣੀ ਸੁਰਤੀ ਬਿਰਤੀ ਨੂੰ ਟਿਕਾਵੇ, ਕੰਨਾਂ ਦੇ ਰਾਹੀਂ ਜੋ ਰੱਬੀ ਉਪਦੇਸ਼ ਇਹ ਜੀਵ ਸੁਣ ਰਿਹਾ, ਉਸ ਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਜਾਮਾ ਪਹਿਨਾਵੇ, ਪ੍ਰੈਕਟੀਕਲ ਦੇ ਵਿੱਚ ਲਿਆਵੇ ਵੀ ਜੋ ਗੁਰ ਕਹੈ ਸੋਈ ਭਲ ਮਨ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈਐ, ਸੁਣਿਆ ਮੰਨਿਆ ਮਨ ਕੀਤਾ ਭਾਉ। ਤੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਇਹ ਸਤ ਸੰਗਤ ਦੇਵਤਿਆਂ ਤੇ ਹੰਸਾਂ ਦੀ ਨਿਆਈ,
ਸ਼ਬਦ ਸਰੋਵਰ ਦੇ ਵਿੱਚ ਜੋ ਸਰੋਤਾ ਵਕਤਾ ਆਪਣੇ ਆਪ ਦਾ ਪੂਰਾ ਇਸ਼ਨਾਨ ਕਰਵਾ ਲੈਂਦਾ, ਜਿਸ ਤਰ੍ਹਾਂ ਪ੍ਰਤੱਖ ਸਰੋਵਰ ਦੇ ਵਿੱਚ, ਨਦੀ ਦਰਿਆ ਦੇ ਵਿੱਚ, ਖੁੱਲ੍ਹੇ ਪਾਣੀ ਦੇ ਵਿੱਚ ਜੀਵ ਇਸ਼ਨਾਨ ਕਰਦਾ, ਜਿਸ ਨੂੰ ਆਪਾਂ ਸਨਕੇਸੀ ਇਸ਼ਨਾਨ ਕਹਿ ਲਈਏ, ਪੂਰਾ ਇਸ਼ਨਾਨ ਕਹਿ ਲਈਏ। ਕਹਿੰਦੇ ਇਸੇ ਤਰ੍ਹਾਂ ਸਤਸੰਗੀ ਰੂਪ ਸਰੋਵਰ ਦੇ ਵਿੱਚ ਜਦੋਂ ਜੀਵ ਰੋਮ ਰੋਮ ਕਰਕੇ ਸ਼ਬਦ ਦੀ ਵਿਚਾਰ ਦੇ ਵਿੱਚ ਆਪਣੇ ਆਪ ਦਾ ਇਸ਼ਨਾਨ ਕਰਵਾ ਲੈਂਦਾ, ਉਸ ਨੂੰ ਆਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸ਼ੁਰੂਆਤ ਕਿੱਥੋਂ ਹੋਈ? ਸਤਿਗੁਰਾਂ ਦੇ ਚਰਨਾਂ 'ਚ ਜੀਵ ਆਇਆ, ਸਤ ਸੰਗਤ ਦੇ ਵਿੱਚ ਸੰਕਲਪ ਵਿਕਲਪ ਵਿਚਾਰਾਂ ਦਾ ਕੰਟਰੋਲ ਹੋ ਗਿਆ। ਜਦੋਂ ਪੂਰੀ ਸੁਰਤੀ ਬਿਰਤੀ ਤੇ ਪੂਰਾ ਧਿਆਨ ਕਥਾ ਕੀਰਤਨ ਗੁਰਬਾਣੀ ਦੇ ਜਾਪ ਵਾਹਿਗੁਰੂ ਦੇ ਸਿਮਰਨ 'ਚ ਲੱਗ ਗਿਆ, ਪੂਰਾ ਬਲ, ਪੂਰੀ ਤਾਕਤ, ਪੂਰੀ ਸੋਚ ਸ਼ਕਤੀ। ਹੁਣ ਕੋਈ ਦਿਮਾਗ ਦੇ ਵਿੱਚ ਵਿਚਾਰ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਬਿਰਤੀ ਦਾ ਖੰਡਾਓ ਨਹੀਂ। ਸ਼ਬਦ ਦੀ ਵਿਚਾਰ ਦੇ ਵਿੱਚ ਬਿਰਤੀ ਦਾ ਟਿਕ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖੀ ਦਾ ਸਿੱਖਣਾ, ਸ਼ਬਦ ਸੁਰਤ ਸਤ ਸੰਗਤ ਸਿੱਖੈ, ਤੇ ਗੁਰਬਾਣੀ ਦਾ ਲਿਖਣਾ, ਗੁਰਬਾਣੀ ਸੁਣ ਸਮਝੈ ਲਿਖੈ। ਕਹਿੰਦੇ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਅਕਾਲੀ ਤੇ ਧੁਰ ਕੀ ਬਾਣੀ ਹੈ, ਇਸ ਨੂੰ ਪ੍ਰਤੱਖ ਕਾਗਜ਼ ਤੇ ਲਿਖ ਕੇ ਤਾਂ ਚਲੋ ਸਤਿਕਾਰ ਤੇ ਪੜ੍ਹਿਆ ਸੁਣਿਆ ਜਾਣਾ ਬਹੁਤ ਵਧੀਆ ਹੈ, ਪਰ ਕਿਤੇ ਹਿਰਦੇ ਰੂਪੀ ਕਾਗਜ਼ ਤੇ ਬਾਣੀ ਦਾ ਠਹਿਰਾਓ ਬਣ ਜਾਣਾ, ਸ਼ਬਦ ਦਾ ਟਿਕਾਓ ਬਣ ਜਾਣਾ, ਸੁਰਤੀ ਬਿਰਤੀ ਦਾ ਕੇਂਦਰਿਤ ਹੋ ਜਾਣਾ, ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਹਰ ਜੀਵ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ, ਬਸ਼ਰਤ ਵੀ ਇਹਦੇ ਅੰਦਰੋਂ ਇਹ ਕੋਸ਼ਿਸ਼ ਹੋਵੇ, ਇਹ ਪ੍ਰਯਾਸ ਹੋਵੇ, ਇਹ ਅਰਦਾਸ ਬੇਨਤੀ ਹੋਵੇ, ਤੇ ਗੁਰੂ ਦੀ ਬਖਸ਼ਿਸ਼ ਗੁਰਮੁਖ ਪਿਆਰਿਓ ਹੋ ਜਾਂਦੀ ਆ। ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਵਿਚਾਰਦੇ ਵੀ ਹਾਂ ਕਿ ਤਜਹੋ ਸਿਆਨਪ ਸੁਰ ਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੂਖ ਭਰਮ ਪਉ ਜਾਏ। ਕਹਿੰਦੇ ਜੀਵ ਦੀ ਇੱਕੋ ਹੀ ਆਸ ਹੋਵੇ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਬਿਰਤੀ ਦੇ ਟਿਕਾਉਣ ਵਾਸਤੇ ਇੱਕ ਨਾ ਇੱਕ ਦਿਨ ਸਤਸੰਗੀ ਗੁਰਮੁਖ ਪ੍ਰੇਮੀ ਜਨੋ ਐਸਾ ਛਿਨ ਜੀਵਨ ਦੇ ਵਿੱਚ ਆ ਹੀ ਜਾਂਦਾ ਹੈ। ਜੋ ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਵਿਚਾਰ ਕਥਾ ਚੱਲ ਰਹੀ ਹੈ, ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਰਸਨਾ ਤੋਂ ਉਚਾਰੇ ਹੋਏ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1247 ਤੇ ਬਚਨ ਸੁਭਾਏਮਾਨ ਹੋ ਰਹੇ ਹਨ। ਰਾਗ ਸਾਰੰਗ ਦੀ ਇਹ ਵਾਰ ਹੈ। ਵਾਰ ਦਾ ਅਰਥ ਹੁੰਦਾ ਪੌੜੀਆਂ, ਤੇ ਇਸ ਵਾਰ ਦੇ ਵਿੱਚ ਜਿੰਨੀਆਂ ਵੀ ਪੌੜੀਆਂ ਉਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰੀਆਂ ਹੋਈਆਂ ਪੌੜੀਆਂ ਹਨ। ਤੇ ਇਹ ਜੋ ਪਾਵਨ ਪਵਿੱਤਰ ਸ਼ਲੋਕ ਆਪ ਸੰਗਤਾਂ ਨੇ ਸਰਵਣ ਕੀਤਾ, ਇਹ ਗੁਰੂ ਅਮਰਦਾਸ ਮਹਾਰਾਜ ਦੀ ਮੁਬਾਰਕ ਰਸਨਾ ਤੇ ਉਸ ਅਵਸਥਾ ਨੂੰ ਬਖਿਆਨ ਕਰ ਰਹੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਸ਼ਲੋਕ ਮਹੱਲਾ ਤੀਜਾ। ਸਹਜੇ ਸੁਖ ਸੁਤੀ
ਸ਼ਬਦ ਸਮਾਏ। ਸਹਿਜ ਇੱਕ ਅਵਸਥਾ ਹੈ, ਜਿਸ ਅਵਸਥਾ ਦਾ ਜੋ ਅਰਥ ਵਰਣਨ ਹੈ ਉਹ ਪੂਰਨ ਇਕਾਗਰਤਾ। ਸਹਜੇ ਅੰਮ੍ਰਿਤ ਪੀਓ ਨਾਮ, ਸਹਜੇ ਕੀਨੋ ਜੀ ਕੋ ਦਾਨ। ਸਹਜ ਕਥਾ ਮੈਂ ਆਤਮ ਰਸਿਆ, ਤਾਕੈ ਸੰਗ ਅਬਨਾਸੀ ਬਸਿਆ। ਇਸ ਅਵਸਥਾ ਨੂੰ ਪ੍ਰਾਪਤ ਹੋਣ ਵਾਸਤੇ ਜੋ ਕਥਾ ਕੀਰਤਨ ਬਾਣੀ ਸਿਮਰਨ ਸਤਸੰਗਤ ਕਰਦਾ ਜਾਂ ਸੁਣਦਾ, ਜਾਂ ਜਿਨ੍ਹਾਂ ਨੂੰ ਇਹ ਆਤਮਿਕ ਅਡੋਲਤਾ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਸ ਤਰ੍ਹਾਂ ਬਾਣੀ ਪ੍ਰਭ ਕੀ ਸਭ ਕੋ ਬੋਲੇ। ਹਰ ਇੱਕ ਨੂੰ ਬਾਣੀ ਇਹ ਬੋਲ ਰਹੀ ਹੈ ਕਿ ਆਪ ਅਡੋਲ ਨਾ ਕਬਹੂ ਡੋਲੇ। ਅਕਾਲ ਪੁਰਖ ਪਰਮਾਤਮਾ ਹਰ ਜਰਰੇ ਜਰਰੇ 'ਚ ਪੂਰਨ ਤੌਰ 'ਤੇ ਟਿਕਿਆ ਹੋਇਆ। ਹੇ ਜੀਵ, ਜਦੋਂ ਤੂੰ ਸ਼ਬਦ 'ਚ, ਨਾਮ 'ਚ, ਸਿਮਰਨ ਦੇ ਵਿੱਚ, ਸਤਸੰਗਤ ਕਥਾ ਦੇ ਵਿੱਚ, ਰੱਬੀ ਸਿਫਤ ਸਲਾਹ ਦੇ ਵਿੱਚ ਪੂਰਨ ਤੌਰ 'ਤੇ ਟਿਕ ਜਾਵੇਂਗਾ, ਤੇਰੀ ਉਹ ਅਵਸਥਾ ਬਣ ਜਾਵੇਗੀ। ਫਿਰ ਤੇਰੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹੇਗਾ। ਤੂੰ ਸ਼ਬਦ ਦਾ ਹੀ ਰੂਪ ਹੋ ਜਾਵੇਂਗਾ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜਿਸ ਤਰ੍ਹਾਂ ਕਣ ਕਣ ਦੇ ਵਿੱਚ, ਘਟ ਘਟ ਦੇ ਵਿੱਚ ਰਮਿਆ ਹੋਇਆ, ਸ਼ਬਦ ਰੂਪ ਦੇ ਵਿੱਚ ਉਹ ਵਰਤ ਰਿਹਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਵੇ, ਜਿਹੜੀਆਂ ਰੂਹਾਂ, ਜਿਹੜੇ ਤਤ ਵੇਤੇ ਭਗਤ ਬ੍ਰਹਮ ਗਿਆਨੀ ਪੂਰਨ ਪੁਰਖ ਬਣੇ, ਉਹ ਇਸ ਅਵਸਥਾ ਨੂੰ ਪ੍ਰਾਪਤ ਕਰਕੇ ਫਿਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਵਿੱਚ ਇਕਮਿਕ ਹੋ ਗਏ। ਸ਼ੁਰੂਆਤ ਕਬੀਰ ਜਾ ਕੋ ਖੋਜਤੇ, ਪਾਇਓ ਸੋਈ ਠੌਰ। ਸੋਈ ਫਿਰ ਕੈ ਤੂੰ ਭਇਆ, ਜਾ ਕੋ ਕਹਿਤਾ ਔਰ। ਕਹਿੰਦੇ ਜਿਸ ਨੂੰ ਦੂਰ ਦਰਾਡੇ ਸਮਝ ਕੇ ਜਪਣਾ ਆਰੰਭ ਕੀਤਾ ਸੀ, ਪੂਰੇ ਗੁਰੂ ਦੀ ਦੀਖਿਆ ਲੈ ਕੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦਿਦਾਰੇ ਹੋ ਗਏ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ, ਪ੍ਰੇਮੀਓ, ਕਬੀਰ ਏਕ ਖਰੀ ਆਦਿ ਖਰੀ, ਆਦਿ ਹੂੰ ਤੇ ਆਦ। ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਕੰਮ ਸੇ ਕੰਮ, ਵੱਧ ਤੋਂ ਵੱਧ ਸਮਾਂ ਸਤਸੰਗਤ ਦੇ ਵਿੱਚ ਆ ਕਰਕੇ ਬੈਠੇ। ਹੌਲੀ ਹੌਲੀ ਤੇਰੀ ਚੰਚਲਤਾ ਵਾਲੀ ਬਿਰਤੀ, ਖੰਡਾਓ ਵਾਲੀ ਬਿਰਤੀ, ਤੇ ਜੋ ਧਿਆਨ ਕੇਂਦਰਿਤ ਨਹੀਂ ਹੁੰਦਾ, ਸੰਕਲਪ ਵਿਕਲਪ ਖਿਆਲ ਵਿਚਾਰਾਂ ਦੀ ਲੜੀ ਤੁਰੀ ਹੀ ਰਹਿੰਦੀ ਹੈ। ਤੇ ਸ਼ਬਦ ਦੀ ਵਿਚਾਰ ਸੁਣ ਕੇ, ਪੜ੍ਹ ਕੇ, ਕੀਰਤਨ ਸੁਣ ਕੇ, ਸੰਗਤ ਸੰਗਤ ਕਰਕੇ ਇੱਕ ਦਿਨ ਟਿਕਾ ਬਣ ਜਾਵੇਗਾ। ਤੇਰੇ ਤੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇਗੀ। ਬਹੁਤ ਸੁੰਦਰ ਪ੍ਰਮਾਣ ਦਿੱਤਾ ਭਾਈ ਗੁਰਦਾਸ ਜੀ ਨੇ ਕਿ ਜਿਸ ਤਰ੍ਹਾਂ ਪੇਖਤ ਪੇਖਤ ਜੈਸੇ ਰਤਨ, ਪਾਰਖ ਹੋਤ ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ। ਸੂੰਗਤ ਸੂੰਗਤ ਸੋਧਾ ਜੈਸੇ ਤੋ ਸਵਾਸੀ ਹੋਤ, ਗਾਵਤ ਗਾਵਤ ਜੈਸੇ ਗਾਇਨ ਗਨੀਨ ਹੈ। ਲਿਖਤ ਲਿਖਤ ਲੇਖ ਜੈਸੇ ਤੋ ਲੇਖਕ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ। ਚਲਤ ਚਲਤ ਜੈਸੇ ਪਹੁੰਚੇ ਠਿਕਾਣੇ ਜਾਏ, ਖੋਜਤ ਖੋਜਤ ਗੁਰ ਸ਼ਬਦ ਲਿਵ ਲੀਨ ਹੈ। ਕਹਿੰਦੇ ਤੇਰੀ ਸ਼ੁਰੂਆਤ ਹੋਵੇਗੀ, ਇੱਕ ਨਾ ਇੱਕ ਦਿਨ ਮੰਜ਼ਿਲ ਪ੍ਰਾਪਤ ਹੋ ਜਾਵੇਗੀ। ਜਿਸ ਤਰ੍ਹਾਂ ਜਿਹੜੀ ਪਾਰਖੂ ਨਿਗਾਹ ਹੈ, ਜੋਰ ਹੀ ਪ੍ਰਾਪਤ ਕਰਦੇ। ਜਿੰਨੇ ਮਰਜ਼ੀ ਪੱਥਰ ਪਏ ਹੋਣ, ਉਹ ਇੱਕ ਸੈਕਿੰਡ ਦੇ ਵਿੱਚ ਹੀਰੇ ਦੀ ਪਹਿਚਾਣ ਕਰ ਲੈਂਦੇ ਪੱਥਰਾਂ ਦੇ ਵਿੱਚ ਪਏ ਦੀ। ਤੇ ਇਸੇ ਤਰ੍ਹਾਂ ਜੋ ਸਰੋਤੇ ਹਨ, ਗ੍ਰੰਥਾਂ ਦਾ ਅਧਿਐਨ ਕਰਦੇ ਹਨ, ਕਰਦੇ ਕਰਦੇ ਫਿਰ ਇੱਕ ਦਿਨ ਉਹ ਵੱਡੇ ਵਿਦਵਾਨ ਬਣ ਜਾਂਦੇ ਹਨ। ਤੇ ਇਸੇ ਤਰ੍ਹਾਂ ਜੋ ਅਲੱਗ-ਅਲੱਗ ਪਕਵਾਨ ਖਾਣ ਦੇ ਜਾਂ ਦੇਖਣ ਦੇ ਸ਼ੌਕੀਨ ਹੈ, ਤੇ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਸੁਗੰਧੀਤਾ ਤੇ ਦਰਗੰਧੀ ਦਾ। ਜੋ ਰਾਗ ਵਿਦਿਆ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹਨਾਂ ਦੀ ਸ਼ੁਰੂਆਤ ਭਾਵੇਂ
ਸਾਰੇ ਗਾ ਮਾਪਾ ਤੋਂ ਹੁੰਦੀ ਹੈ, ਪਰ ਮਿਹਨਤ ਦਾ ਸਦਕਾ ਤੇ ਉਹ ਵੱਡੇ ਰਾਗਾਂ ਦੇ ਗਿਆਤਾ ਬਣ ਜਾਂਦੇ ਹਨ, ਕੀਰਤਨੀਏ ਤੇ ਗਵਈਏ ਬਣ ਜਾਂਦੇ ਹਨ। ਤੇ ਇਸੇ ਤਰ੍ਹਾਂ ਤੇ ਜਿਨ੍ਹਾਂ ਨੂੰ ਅਜੇ ਕਲਮ ਤੇ ਪੈਨ ਪਕੜਨਾ ਨਹੀਂ ਸੀ ਆਉਂਦਾ, ਬਚਪਨ ਦੇ ਵਿੱਚ ਆਦਤ ਬਣ ਗਈ, ਜਿਹੜੀ ਚੀਜ਼ ਹੱਥ 'ਚ ਆ ਗਈ ਉਹ ਧਰਤੀ ਤੇ ਦੀਵਾਰ 'ਤੇ ਲਿਖਣਾ ਸ਼ੁਰੂ ਕਰ ਦੇਣਾ। ਹੌਲੀ ਹੌਲੀ ਉਸ ਦਾ ਇਹ ਜੋ ਅਭਿਆਸ ਸੀ ਉਸ ਨੇ ਵੱਡਾ ਲਿਖਾਰੀ ਬਣਾ ਦਿੱਤਾ। ਇਸੇ ਤਰ੍ਹਾਂ ਰਸ ਕਸ ਸਵਾਦ ਚੱਖਣ ਦਾ, ਪਦਾਰਥਾਂ ਦਾ ਜੋ ਪ੍ਰੇਮੀ, ਉਹਨਾਂ ਨੂੰ ਪਦਾਰਥਾਂ ਦੀ ਖੁਸ਼ਬੂ ਤੋਂ ਹੀ ਪਤਾ ਲੱਗ ਜਾਂਦਾ ਵੇ ਇਹਦੇ ਵਿੱਚ ਕਿਹੜੀ ਚੀਜ਼ ਘੱਟ ਹੈ। ਇਸੇ ਤਰ੍ਹਾਂ ਮੰਜ਼ਿਲ ਭਾਵੇਂ ਜਿੰਨੀ ਮਰਜ਼ੀ ਦੂਰ ਹੋਵੇ, ਜਿਸ ਨੇ ਪ੍ਰਣ ਕਰ ਲਿਆ ਕਿ ਮੈਂ ਪਹੁੰਚਣਾ ਹੀ ਹੈ, ਉਹ ਪੈਦਲ ਚੱਲੇ ਜਾਂ ਕਿਸੇ ਸਵਾਰੀ ਦਾ ਆਸਰਾ ਲਵੇ ਤੇ ਇੱਕ ਨਾ ਇੱਕ ਦਿਨ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ, ਪ੍ਰੇਮੀਆਂ ਤੂੰ ਸ਼ੁਰੂਆਤ ਤਾਂ ਕਰ, ਇਹ ਸ਼ਬਦ ਦੀ ਖੋਜ ਐਸੀ ਹੈ, ਇੱਕ ਦਿਨ ਗੁੱਝੇ ਭੇਦ ਸ਼ਬਦ 'ਚੋਂ ਤੈਨੂੰ ਪ੍ਰਾਪਤ ਹੋ ਜਾਣਗੇ। ਤੂੰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਵਿੱਚ ਪੂਰਨ ਤੌਰ 'ਤੇ ਰੰਗਿਆ ਜਾਵੇਗਾ। ਤੈਨੂੰ ਫਿਰ ਇਹ ਬੋਲ ਆਖਣੇ ਪੈਣਗੇ ਵੀ ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਥ ਦੇ, ਜਗ ਮੈਂ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ। ਤੇਰਾ ਜਿਹੜਾ ਅਭਿਆਸ ਹੈ, ਜਿਹੜਾ ਉਪਰਾਲਾ ਹੈ, ਤੇਰਾ ਜਿਹੜਾ ਪ੍ਰਯਾਸ ਹੈ ਤੇ ਉਦਮ ਹੈ, ਇਹ ਇੱਕ ਦਿਨ ਰੰਗ ਲਿਆਵੇਗਾ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਸਹਜੇ ਸੁਖ ਸੁੱਤੀ ਸ਼ਬਦ ਸਮਾਏ। ਇਹ ਜੋ ਜੀਵ ਰੂਪੀ ਇਸਤਰੀ ਜਨਮਾਂ ਜਨਮਾਂਤਰਾਂ ਤੋਂ ਚੰਚਲ ਵਿਰਤੀ ਦੀ ਮਾਲਕਣ ਬਣੀ ਸੀ, ਅਕਾਲ ਪੁਰਖ ਪਰਮਾਤਮਾ ਰੱਬੀ ਬਾਣੀ ਦੇ ਸ਼ਬਦ ਨੇ ਇਸ ਨੂੰ ਟਿਕਾ ਦਿੱਤਾ। ਇਕਾਗਰਤਾ ਇਸ ਨੂੰ ਹਾਸਲ ਹੋ ਗਈ, ਅਡੋਲ ਅਵਸਥਾ ਇਸ ਨੂੰ ਪ੍ਰਾਪਤ ਹੋ ਗਈ। ਆਪੇ ਪ੍ਰਭ ਮੇਲ ਲਈ ਗਲ ਲਾਏ। ਜਦੋਂ ਉਸ ਨੂੰ ਕੋਈ ਪ੍ਰੇਮੀ ਸਤਸੰਗੀ ਪੁੱਛਦੇ ਵੀ ਐਡੀ ਵੱਡੀ ਕਿਰਪਾ ਤੇਰੇ 'ਤੇ ਕਿਵੇਂ ਹੋਈ, ਭਗਤ ਕਬੀਰ ਜੀ ਨੂੰ ਜੇ ਪੁੱਛਦੇ, ਕਹਿੰਦੇ ਗੁਰੂ ਦੀ ਬਖਸ਼ਿਸ਼। ਭਗਤ ਰਵਿਦਾਸ ਜੀ ਨੂੰ ਪੁੱਛਦੇ, ਕਹਿੰਦੇ ਗੁਰੂ ਦੀ ਬਖਸ਼ਿਸ਼। ਗੁਰਸਿੱਖਾਂ ਬ੍ਰਹਮ ਗਿਆਨੀਆਂ ਨੂੰ ਪੁੱਛਦੇ, ਕਹਿੰਦੇ ਗੁਰੂ ਨਾਨਕ ਮਹਾਰਾਜ ਦੀ ਕਿਰਪਾ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਕਿ ਕਰਤਾ ਭਾਵ ਖਤਮ ਹੋ ਗਿਆ। ਨਿਮਰਤਾ ਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਪਰਮਾਤਮਾ ਨੇ ਸੁਣ ਲਈ। ਪੂਰੇ ਗੁਰੂ ਦੀ ਪ੍ਰਾਪਤੀ ਹੋਣ ਕਰਕੇ ਤੇ ਪੂਰੇ ਗੁਰੂ ਨੇ ਕਿਰਪਾ ਕਰਤੀ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਮੈਨੂੰ ਗਲ ਦੇ ਨਾਲ ਲਾ ਲਿਆ। ਦੁਬਦਾ ਚੁੱਕੀ ਸਹਿਜ ਸੁਭਾਏ। ਜਦੋਂ ਅਡੋਲ ਆਤਮਕ ਅਵਸਥਾ ਪ੍ਰਾਪਤ ਹੋਈ ਤੇ ਦੁਬਦਾ ਖਤਮ ਹੋ ਗਈ। ਦੁਬਦਾ ਦਾ ਅਰਥ ਵੀ ਜਿਸ ਤਰ੍ਹਾਂ ਕਹਿ ਦਈਏ ਵੀ ਦੋ ਬੇੜੀਆਂ ਦਾ ਸਵਾਰ, ਦੋ ਰਸਤਿਆਂ ਦਾ ਇੱਕ ਰਾਹੀ। ਹਰ ਸਵਾਸ ਦੇ ਵਿੱਚ ਕੋਈ ਨਾ ਕੋਈ ਅਲੱਗ ਦੁਬਦਾ ਬਣੀ ਰਹਿਣੀ, ਸ਼ੰਕਾ ਬਣੀ ਰਹਿਣਾ, ਚੰਚਲ ਵਿਰਤੀ ਬਣੀ ਰਹਿਣੀ, ਰਸ ਨਾ ਆਉਣਾ, ਮਤਲਬ ਚੈਨ ਦੇ ਨਾਲ ਕੋਈ ਵੀ ਘੜੀ ਸਫਲ ਨਾ ਹੋਣੀ, ਹਰ ਵਕਤ ਤਣਾਅ ਤੇ ਬੇਚੈਨੀ ਬਣੀ ਰਹਿਣੀ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਵੱਡੇ ਵੱਡੇ ਧਨਵਾਨ ਰਾਜੇ ਜਿਨ੍ਹਾਂ ਨੇ ਆ ਕੇ ਬੇਨਤੀ ਕਰਨੀ, ਮਹਾਰਾਜ ਜੀ ਸੰਸਾਰ ਦੇ ਸਾਰੇ ਪਦਾਰਥ ਸਾਡੇ ਕੋਲ ਹੈ, ਅਣਗਿਣਤ ਧਨ ਦੌਲਤ ਨੌਕਰ ਚਾਕਰ ਸਾਡੇ ਪਾਸ ਹੈ। ਫਿਰ ਗੁਰਦੇਵ ਪਿਤਾ ਜੀ ਨੇ ਕਹਿਣਾ, ਦੱਸੋ ਪ੍ਰੇਮੀਓ, ਮਹਾਰਾਜ ਜੀ ਸ਼ਾਂਤੀ ਨਹੀਂ ਹੈ, ਸੰਤੁਸ਼ਟੀ ਨਹੀਂ ਹੈ, ਸੰਤੋਖ ਨਹੀਂ ਹੈ। ਜਿਹਨੂੰ ਆਪਾਂ ਕਹਿੰਦੇ ਵੀ ਮਨ ਵੱਝਦਾ ਨਹੀਂ, ਮਨ ਟਿਕਦਾ ਨਹੀਂ। ਤੇ ਧੰਨ ਗੁਰਦੇਵ ਪਿਤਾ ਜੀ ਨੇ ਬਹੁਤ ਸਹਿਜ ਸੁਭਾਅ, ਮਿੱਠ ਬੋਲੜੇ ਸੁਭਾਅ ਦੇ ਮੁਤਾਬਕ ਐਸਾ ਉਪਦੇਸ਼ ਦੇਣਾ ਵੀ ਇਹ ਅਵਸਥਾ ਤਾਂ ਸਤ ਸੰਗਤ 'ਚੋਂ ਪ੍ਰਾਪਤ ਹੁੰਦੀ ਹੈ। ਇਹ ਦਾਤ ਤਾਂ ਗੁਰੂ ਦੇ ਚਰਨਾਂ 'ਚੋਂ ਪ੍ਰਾਪਤ ਹੁੰਦੀ ਹੈ। ਇਹ ਅਵਾਤਾ ਦੇ ਵਾਸਤੇ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ।
ਆਪਣੇ ਜੀਵਨ ਦੇ ਮਨੋਰਥ ਨੂੰ ਪੂਰਾ ਕਰਨਾ ਪੈਂਦਾ ਵੀ ਕਿਸ ਵਾਸਤੇ ਤੇ ਕਿਸ ਨੇ ਭੇਜਿਆ ਸਾਨੂੰ ਸੰਸਾਰ ਦੇ ਵਿੱਚ। ਖਸਮ ਵਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਝ ਸਨਾਤ। ਜਦੋਂ ਅਰਥਾਂ ਦਾ ਬੋਧ ਹੁੰਦਾ ਵੀ ਪਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਤਾਂ ਜੋ ਕੁਛ ਵੀ ਜੀਵ ਦੇਖ ਰਿਹਾ, ਖਾ ਰਿਹਾ, ਪੀ ਰਿਹਾ, ਸੌ ਰਿਹਾ, ਜਾਗ ਰਿਹਾ, ਚੱਲ ਰਿਹਾ, ਸਭ ਕੁਝ ਹੀ ਵਿਅਰਥ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਹੱਥ ਜੋੜ ਕੇ ਮਹਾਰਾਜ ਜੀ ਕਿਰਪਾ ਕਰੋ। ਫਿਰ ਗੁਰਦੇਵ ਪਿਤਾ ਜੀ ਨੇ ਕਹਿਣਾ ਕਿ ਆਪਣੇ ਨਗਰ ਸ਼ਹਿਰ ਦੇ ਵਿੱਚ ਇੱਕ ਸਾਂਝੀ ਜਗ੍ਹਾ, ਸਾਂਝਾ ਤੇ ਇੱਕ ਹਾਲ ਤੇ ਮਕਾਨ ਬਣਾਓ। ਉਹਦੇ ਵਿੱਚ ਦੋਨੋਂ ਟਾਈਮ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੇ ਨਾਮ ਦਾ ਚਿੰਤਨ ਕਰੋ। ਫਿਰ ਨਾਲੇ ਜੋ ਸਾਰੀ ਦਿਹਾੜੀ 'ਚ ਕੰਮ ਕੀਤਾ, ਉਹ ਸ਼ਾਮਾਂ ਨੂੰ ਜਦੋਂ ਸਤਸੰਗਤ ਦੇ ਰੂਪ 'ਚ ਬੈਠੋਗੇ ਵੀ ਪਤਾ ਲੱਗੇਗਾ ਕਿ ਮੈਂ ਸਾਰੀ ਦਿਹਾੜੀ ਅੱਜ ਕੀ ਕੀਤਾ। ਉਹ ਕਰਨ ਯੋਗ ਸੀ ਜਾਂ ਨਾ ਕਰਨ ਯੋਗ ਸੀ। ਇਹ ਸਤਸੰਗਤ ਵਿੱਚ ਆਉਣ ਦੇ ਨਾਲ ਹੀ ਪਤਾ ਲੱਗਦਾ। ਜਦੋਂ ਇਹ ਪੂਰੀ ਇਕਾਗਰਤਾ ਤੇ ਪੂਰਾ ਬਲ ਤਾਣ ਤੇ ਪੂਰਾ ਧਿਆਨ ਲਾ ਕੇ ਜਦੋਂ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਦਾ, ਦੁਬਦਾ ਚੁੱਕੀ ਸਹਿਜ ਸੁਭਾਏ। ਜਦੋਂ ਆਤਮਿਕ ਅਡੋਲਤਾ ਮਿਲੀ ਤਾਂ ਜਦੋਂ ਦੁਬਦਾ ਖਤਮ ਹੋਈ, ਅੰਤਰ ਨਾਮ ਬਸਿਆ ਮਨ ਆਏ। ਜਿਹੜਾ ਮਨ ਡਾਵਾਂ ਡੋਲ ਸੀ, ਡੀਗਣ ਡੋਲਾ ਤੋ ਲੋ ਜੋ ਮਨ ਕੇ ਭਰਮਾ। ਭ੍ਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ। ਅੰਤਰ ਨਾਮ ਬਸਿਆ ਮਨ ਆਏ। ਜਿਸ ਮਨ ਦੇ ਵਿੱਚ ਸੰਸਾਰ ਵਸਿਆ ਸੀ, ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਖੁਦੀ ਦਾ ਬਾਸਾ ਸੀ, ਜਿਸ ਮਨ ਦੇ ਵਿੱਚ ਹੰਗਤਾ ਤੇ ਮਮਤਾ ਭਰੀ ਹੋਈ ਸੀ ਕੁੱਟ ਕੁੱਟ ਕੇ, ਜਿਸ ਮਨ ਚੋਂ ਬਸ ਮੈਂ ਦੀ ਹੀ ਆਵਾਜ਼ ਆਉਂਦੀ ਸੀ, ਉਸ ਮਨ ਨੇ ਜਦੋਂ ਸ਼ਬਦ ਨੂੰ ਸਮਝਿਆ ਫਿਰ ਪਤਾ ਲੱਗਾ ਕਿ ਮੇਰੇ ਹੱਥ ਵਿੱਚ ਤਾਂ ਕੁਝ ਵੀ ਨਹੀਂ, ਇਹ ਤਾਂ ਕਰਨ ਕਰਾਵਣ ਕਰਤਾ ਅਕਾਲ ਪੁਰਖ ਪਰਮੇਸ਼ਰ ਖੁਦ ਖੁਦਾ ਹੀ ਹੈ। ਕਰਨ ਕਰਾਵਣ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਇਹ ਤਾਂ ਪ੍ਰਭ ਡੋਰੀ ਹੱਥ ਤੁਮਾਰੈ। ਇਹ ਤਾਂ ਹਰ ਇੱਕ ਜੀਵ ਜੰਤੂ ਦੀ ਡੋਰੀ ਅਕਾਲ ਪੁਰਖ ਪਰਮਾਤਮਾ ਦੇ ਹੱਥ ਵੱਸ ਹੈ। ਫਿਰ ਇਹ ਆਪਣੇ ਆਪ ਨੂੰ ਆਖਦਾ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਬੜੇ ਪਿਆਰ ਦੇ ਨਾਲ, ਕਿਉਂਕਿ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਓ ਨਾ ਕੋਏ। ਇਹ ਮਨ ਮਿੱਤਰ ਵੀ ਤੁਹਾਡਾ ਬਣ ਸਕਦਾ, ਮਨ ਦੁਸ਼ਮਣ ਵੀ ਬਣ ਸਕਦਾ। ਮਿੱਤਰ ਬਣ ਜਾਵੇਗਾ, ਰੱਬੀ ਉਪਦੇਸ਼ ਨੂੰ ਕਮਾ ਕੇ ਪਰਮਾਤਮਾ ਦਾ ਮਿਲਾਪ ਕਰਵਾ ਦੇਵੇਗਾ। ਦੁਸ਼ਮਣ ਤਾਂ ਬਣਿਆ ਹੀ ਆ ਜਨਮਾਂ ਜਨਮਾਂਤਰਾਂ ਤੋਂ। ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਤੇ ਜੂਨਾਂ ਦੀ ਫਾਹੀ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਇਹਨੂੰ ਪਾ ਰੱਖੇਗਾ। ਅੰਤਰ ਨਾਮ ਵਸਿਆ ਮਨ ਆਏ, ਸੇ ਕੰਠ ਲਾਏ ਜੇ ਭੰਨ ਕਢਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਵੀ ਜਿਹੜੇ ਇਸ ਭਾਵਨਾ ਦੇ ਨਾਲ ਆਉਂਦੇ, ਸਭ ਕੁਝ ਅਰਪਣ ਕਰ ਦਿੰਦੇ ਗੁਰੂ ਦੇ ਚਰਨਾਂ ਦੇ ਵਿੱਚ। ਮਹਾਰਾਜ ਜਿਹੜਾ ਪਹਿਲਾ ਜੀਵਨ ਹੈ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੇ। ਮਹਾਰਾਜ ਪਿਛਲਾ ਜੋ ਜਨਮ ਉਹ ਵਿਅਰਥ ਗਿਆ, ਬੇਸਮਝ 'ਚ ਗਿਆ, ਅਗਿਆਨਤਾ 'ਚ ਗਿਆ, ਕਸੰਗਤ ਦੇ ਵਿੱਚ ਗਿਆ। ਆਪ ਜੀ ਨੇ ਵੱਡੀ ਕਿਰਪਾ ਕੀਤੀ, ਮੈਂ ਆਪ ਜੀ ਦੇ ਚਰਨਾਂ 'ਚ ਪਹੁੰਚਿਆ। ਇਸ ਜੀਵਨ ਨੂੰ ਨਵੇਂ ਸਿਰਿਓਂ ਘੜਨਾ ਕਰੋ। ਘੜੀ ਹੈ ਸ਼ਬਦ ਸੱਚੀ ਟਕਸਾਲ। ਪਲ ਉਹ ਟਕਸਾਲ ਦੇ ਵਿੱਚ ਤਾਂ ਹੀ ਜੀਵਨ ਘੜਿਆ ਜਾਵੇਗਾ ਜੇ ਅਸੀਂ ਪੂਰਨ ਤੌਰ 'ਤੇ ਸਮਰਪਣ ਕਰੀਏ।
ਕਪੜਾ ਤਾਂ ਹੀ ਲਲਾਰੀ ਰੰਗੇਗਾ ਜੇ ਕਪੜਾ ਪੂਰਨ ਤੌਰ ਤੇ ਰੰਗਣ ਵਾਲੇ ਨੂੰ ਸੌਂਪ ਦਈਏ। ਅਸੀਂ ਜਿਹੋ ਜਿਹੇ ਹਾਂ ਉਹੋ ਜਿਹੇ ਆਪਣੇ ਆਪ ਨੂੰ ਸਮਰਪਣ ਕਰ ਦਈਏ ਗੁਰੂ ਦੇ ਚਰਨਾਂ 'ਚ, ਫਿਰ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਐਸੀ ਫਿਰ ਅਵਸਥਾ ਤੇ ਐਸੀ ਪਾਣ ਤੇ ਐਸਾ ਜੀਵਨ ਘੜ ਕੇ ਇਸ ਜੀਵ ਨੂੰ ਸਿੱਧੇ ਰਾਸਤੇ ਤੇ ਪਾ ਦਿੰਦੇ। ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਲਾਏ। ਤੇ ਆਉਣ ਵਾਲਾ ਕੋਈ ਵੀ ਪ੍ਰੇਮੀ ਆਪਣੀ ਚਤੁਰਾਈ ਸਿਆਣਪ ਨਾ ਸਮਝੇ। ਕੋਈ ਬਗਤਾ ਜਾਂ ਸਰੋਤਾ, ਕੋਈ ਸੇਵਾਦਾਰ, ਸਿਮਰਨ ਅਭਿਆਸੀ ਇਹ ਆਪਣੀ ਚਲਾਕੀ ਨਾ ਸਮਝੇ। ਇਹ ਤਾਂ ਪੂਰਵ ਕਰਮ ਔਂਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪਤਾ ਨਹੀਂ ਕਿੰਨੇ ਜਨਮਾਂ ਦੇ ਪੁੰਨ ਕਰਮ ਚੰਗੇ ਕੀਤੇ ਹੋਏ ਹੋਣ, ਫਿਰ ਗੁਰਸਿੱਖਾਂ ਦੇ ਘਰ ਜਨਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗੇ ਗੁਰੂ, ਸੱਚਖੰਡ ਬੈਕੁੰਠ ਵਰਗੀ ਇਹੋ ਜਿਹੀ ਸਤ ਸੰਗਤ ਇਸ ਜੀਵ ਨੂੰ ਪ੍ਰਾਪਤ ਹੁੰਦੀ ਹੈ। ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ। ਇਹ ਇਸ ਛਿਨ 'ਚ ਤਾਂ ਅਸੀਂ ਗੁਰੂ ਦੀ ਨਿੱਘੀ ਗੋਦ 'ਚ ਬੈਠੇ ਹਾਂ। ਕੋਈ ਪੁੰਨ ਕਰਮ ਪਰਮਾਤਮਾ ਨੇ ਚੰਗੇ ਸਾਡੇ ਕੋਲੋਂ ਪਿਛਲੇ ਜਨਮਾਂ ਦੇ ਕਰਾਏ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਸੋ ਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਮਹੱਲਾ ਤੀਜਾ। ਪਹਿਲੇ ਸ਼ਲੋਕ 'ਚ ਗੁਰਮੁਖ ਅਭਿਆਸੀ ਦੀ ਅਵਸਥਾ, ਜਿਸ ਨੇ ਸਿਮਰਨ ਸਾਧਨਾ ਕਰਕੇ ਇਹ ਅਵਸਥਾ ਪ੍ਰਾਪਤ ਕੀਤੀ, ਜੀਵਨ ਮੁਕਤੀ ਦਾ ਅਹਿਸਾਸ ਆਪਣੇ ਆਪ 'ਚ ਉਸ ਦਾ ਬਣਿਆ। ਹੁਣ ਸੰਸਾਰੀ ਜੀਵ ਜਿਹੜੇ ਝੂਠੇ ਧੰਦੇ ਧੰਧਾਰਾਂ ਦੇ ਜੰਜਾਲਾਂ 'ਚ ਬੁਰੀ ਤਰ੍ਹਾਂ ਫਸੇ ਹੋਏ। ਮਹੱਲਾ ਤੀਜਾ। ਜਿਨੇ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ। ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਜਿਹੜੇ ਪਦਾਰਥਾਂ ਦਾ ਜਾਪ ਕਰ ਰਹੇ ਹੈ, ਸੰਸਾਰ ਕੁਝ ਪ੍ਰਾਪਤੀ ਵਾਸਤੇ ਜਾਪ ਕਰ ਰਹੇ ਹੈ, ਜਾਂ ਅਧੂਰੇ ਦੰਭੀ ਪਖੰਡੀਆਂ ਤੋਂ ਕੋਈ ਮੰਤਰ ਤੰਤਰ ਲੈ ਕਰਕੇ ਉਹ ਜਪ ਰਹੇ, ਕਹਿੰਦੇ ਕੁਝ ਨਹੀਂ ਉਹਨਾਂ ਨੂੰ ਮਿਲੇਗਾ। ਉਹਨਾਂ ਦੀ ਹਾਲਤ ਤਾਂ ਐਸੀ ਹੋਵੇਗੀ, ਬਿਸ਼ਟਾ ਅੰਦਰ ਕੀਟ ਸੇ ਮੁੱਠੇ ਧੰਦਾ ਚੋਰ। ਕਹਿੰਦੇ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਥੋਂ ਠੱਗੇ ਗਏ ਨਾ, ਉਹ ਤਾਂ ਜਿਸ ਤਰ੍ਹਾਂ ਬਿਸ਼ਟਾ ਗੰਦਗੀ ਦੇ ਕੀੜੇ ਕੁੜਵਲ ਕੁੜਵਲ ਕਰਦੇ ਤੁਰੇ ਫਿਰਦੇ ਆ। ਇਸ ਜੀਵ ਦੀ ਜ਼ਿੰਦਗੀ ਐਸੀ ਹੈ, ਨਾਮ ਤੋਂ ਬਗੈਰ, ਸਿਮਰਨ ਸਾਧਨਾ ਤੋਂ ਬਗੈਰ, ਸਤ ਸੰਗਤ ਤੋਂ ਬਗੈਰ। ਨਾਨਕ ਨਾਮ ਨਾ ਵਿਸਰੈ, ਝੂਠੈ ਲਾਲਚ ਹੋਰ। ਕਹਿੰਦੇ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ, ਯਾਦ ਨੂੰ ਇੱਕ ਛਿਨ ਮਾਤਰ ਵੀ ਦੂਰ ਨਹੀਂ ਹੋਣਾ ਚਾਹੁੰਦੇ, ਕਿਤੇ ਵਿਸਰ ਜਾਵੇ। ਦੇਵ ਨੇਤ ਕੋ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਫਿਰ ਮੱਛੀ ਵਾਂਗੂ ਤੜਫਦੇ ਆ। ਹੇ ਅਕਾਲ ਪੁਰਖ ਪਰਮਾਤਮਾ, ਮੋਹੇ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਸਾਰੇ ਲਾਲਚ ਝੂਠੇ ਹੈ, ਹੋਰ ਨਾਮ ਤੋਂ ਬਗੈਰ। ਪੌੜੀ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਕਰਦੇ ਕਿਰਪਾ। ਨਾਮ ਸਲਾਹਨ ਨਾਮ ਮਨ ਅਸਤਰ ਜਗ ਸੋਈ। ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਚਿੰਤਨ ਕਰਦੇ ਐ, ਸਿਮਰਨ ਕਰਦੇ, ਜਿਸ ਨੂੰ ਬਖਸ਼ੇ ਸਿਵਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਐਡੀ ਵਡਿਆਈ। ਨਾਮ ਸਿਮਰਨ ਸਤਸੰਗੀਆਂ ਦੀ ਮਹਾਰਾਜ ਜੀ ਕਰਦੇ, ਜਿਹੜੇ ਨਾਮ ਦੀ ਸਿਫਤ ਸਲਾਹ ਕਰਦੇ ਤੇ ਸੁਣਦੇ, ਤੇ ਜਿਨ੍ਹਾਂ ਦਾ ਮਨ ਪਰਮਾਤਮਾ ਦੀ ਹੋਂਦ ਨੂੰ ਤੇ ਪਰਮਾਤਮਾ ਦੇ ਨਾਮ ਨੂੰ ਜਿਸਨਾਂ ਨੇ ਮੰਨ ਲਿਆ ਪੂਰਨ ਤੌਰ ਤੇ, ਅਸਤਰ ਜਗ ਸੋਈ। ਕਹਿੰਦੇ ਵਾਸਤਵ ਦੇ ਵਿੱਚ ਉਹਨਾਂ ਦਾ ਹੀ ਆਉਣਾ, ਉਹਨਾਂ ਦਾ ਹੀ ਰਹਿਣਾ, ਉਹਨਾਂ ਦਾ ਹੀ ਜਾਣਾ ਇਸ ਸੰਸਾਰ ਤੋਂ ਸਫਲ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਹਿਰਦੈ ਹਰ ਹਰ ਚਿਤਵੈ, ਦੂਜਾ ਨਹੀਂ ਕੋਈ। ਕਹਿੰਦੇ ਉਹਨਾਂ ਦੇ ਹਿਰਦਿਆਂ 'ਚ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਦੂਜਾ ਸੁਪਨਿਆਂ ਦੇ ਵਿੱਚ ਵੀ ਯਾਦ ਨਹੀਂ ਆਉਂਦਾ।
ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਰੋਮ ਰੋਮ ਦੇ ਵਿੱਚ ਗੁਰਮੁਖ ਪਿਆਰਿਓ ਚੱਲਦਾ ਰਹਿੰਦਾ। ਰੋਮ ਰੋਮ ਹਰ ਉਚਰੈ, ਖਿਨ ਖਿਨ ਹਰ ਸੋਈ। ਹਰ ਛਿਨ 'ਚ, ਹਰ ਖਿਨ 'ਚ, ਹਰ ਰੋਮ ਦੇ ਵਿੱਚ ਬਗੈਰ ਬੋਲਿਆਂ ਵੀ ਉਹਨਾਂ ਦੇ ਸਰੀਰ 'ਚੋਂ ਐਸੀਆਂ ਕਿਰਨਾਂ ਹਾਵ ਭਾਵ ਨਿਕਲ ਰਹੇ ਆ ਜੋ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ, ਨਾਮ ਦੀ ਹੀ ਖੁਸ਼ਬੂ ਆ ਰਹੀ ਹੈ। ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਕੋਈ। ਸਕਾਰਥਾ ਕਹਿੰਦੇ ਸਫਲ, ਜਿਨ੍ਹਾਂ ਦਾ ਆਉਣਾ ਸੰਸਾਰ 'ਤੇ ਜਨਮ ਸਫਲ ਹੋ ਜਾਵੇ। ਅਤੇ ਜਿਨ੍ਹਾਂ ਨੇ ਪਵਿੱਤਰ ਪਰਮੇਸ਼ਰ ਦੇ ਨਾਮ ਦੀ ਚਿੰਤਨ ਭਗਤੀ ਬੰਦਗੀ ਕਰਕੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਉਹ ਖਤਮ ਕਰ ਲਈ। ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਜੋ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਅਕਾਲ ਪੁਰਖ ਪਰਮੇਸ਼ਰ ਜੋ ਜੂਨਾਂ ਤੋਂ ਰਹਿਤ, ਜੋ ਸਦਾ ਹੀ ਸਲਾਮਤ ਪਰਿਪੂਰਨ ਹਰ ਜਰਰੇ ਜਰਰੇ ਦੇ ਵਿੱਚ ਐਸੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ। ਫਿਰ ਜੋ ਚੌਥੇ ਪਦ ਦੀ ਪ੍ਰਾਪਤੀ ਹੈ, ਐਸੀ ਅਵਸਥਾ ਹੈ ਮੁਕਤੀ ਦੀ, ਐਸੇ ਪਦ ਨੂੰ ਪ੍ਰਾਪਤ ਹੋ ਜਾਂਦੇ ਆ ਜਿਸ ਪਦਵੀ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੇ ਵਿੱਚ ਤੇ ਐਸੇ ਅਭਿਆਸੀ ਅਡੋਲ ਆਤਮਕ ਜੋ ਅਵਸਥਾ ਪ੍ਰਾਪਤ ਕਰ ਲੈਂਦੇ, ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਹੋਈਆਂ ਗਲਤੀਆਂ ਦੀ ਖਿਮਾ ਸਮਾਪਤੀ। ਗੁਰਮੁਖ ਜਨਮ ਸਕਾਰ ਥਾ, ਨਿਰਮਲ ਮਲ ਖੋਈ। ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।